हाँ जी, गुड इवनिंग टू एवरीवन। गुड इवनिंग डॉक्टर साहब। ਗੁੱਡ ਈਵਨਿੰਗ ਜੀ। ਵੈਲਕਮ ਟੂ ਦਾ ਹਰਬਲ ਅਰਥ। ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫੇਰ ਇੱਕ ਟੌਪਿਕ ਲੈ ਕੇ ਆਏ ਆ ਡਾਇਲਿਸਿਸ ਤੇ। ਵਟ ਡੂ ਯੂ ਨੋ ਅਬਾਊਟ ਇਟ? ਡਾਇਲਿਸਿਸ ਕੀ ਹੁੰਦੀ ਤੇ ਤੁਸੀਂ ਇਹਦੇ ਬਾਰੇ ਕੀ ਜਾਣਦੇ ਹੋ? ਤੇ ਡਾਕਟਰ ਸਾਹਿਬ ਸਾਨੂੰ ਇਹਦੇ ਤੇ ਅੱਜ ਗਾਈਡੈਂਸ ਦੇਣਗੇ। ਡਾਕਟਰ JS ਵਿਰਕ ਜੀ MBBS ਫਗਵਾੜਾ ਤੋਂ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜੇ ਹਨ ਤੇ ਬਹੁਤ ਸਾਰੀ ਸਾਨੂੰ ਇਨਫੋਰਮੇਸ਼ਨ ਔਰ ਗਾਈਡੈਂਸ ਦੇਣ ਦੀ। ਹੋਪ ਤੁਸੀਂ ਸਾਰੇ ਇਸ ਚੀਜ਼ ਨੂੰ ਧਿਆਨ ਨਾਲ ਸੁਣੋਗੇ ਤੇ ਜਿਹੜੀ ਚੀਜ਼ ਤੁਹਾਡੀ ਮਿਸ ਹੁੰਦੀ ਹੈ ਤਾਂ ਤੁਸੀਂ ਪਲੀਜ਼ ਰਿਕਾਰਡਿੰਗ 'ਚ ਸੁਣਿਆ ਕਰੋ। ਡਾਕਟਰ ਸਾਹਿਬ ਦਾ ਵੀ YouTube ਚੈਨਲ ਹੈਗਾ ਜਗਤਜੀਤ ਵਿਰਕ ਤੇ ਦਾ ਹਰਬਲ ਅਰਥ ਤੇ ਹੈਲੋ 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 ਜੀ ਡਾਕਟਰ ਸਾਹਿਬ ਪਲੀਜ਼ ਵੈਲਕਮ। ਹਾਂਜੀ, ਥੈਂਕ ਯੂ ਚੇਤਨਾ ਜੀ। ਬਹੁਤ ਹੀ ਪਿਆਰੇ ਭਾਈਓ ਤੇ ਭੈਣੋ, ਅੱਜ ਆਪਾਂ ਇੱਕ ਨਵੇਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ। ਸਾਡਾ ਟੌਪਿਕ ਹੈ ਡਾਇਲਿਸਿਸ ਤੇ ਅਸੀਂ ਇਹਦੇ ਬਾਰੇ ਕੀ ਜਾਣਦੇ ਹਾਂ। ਇੱਕ ਕੋਟ ਸੀ ਜਿਹੜੀ ਕਿ ਮੈਂ ਕੱਢੀ ਹੈ, ਗ੍ਰੈਟੀਟਿਊਡ ਇਜ਼ ਏ ਡਾਇਲਿਸਿਸ ਆਫ ਸੌਰਟ। ਜੋ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹੈਗੇ ਆ, ਉਹ ਇੱਕ ਤਰ੍ਹਾਂ ਦਾ ਡਾਇਲਿਸਿਸ ਹੈ ਔਰ ਇਟ ਫਲਸ਼ਿਸ ਦਾ ਸੈਲਫ ਪਿਟੀ ਆਊਟ ਆਫ ਅਵਰ ਸਿਸਟਮ। ਔਰ ਇਹ ਸਾਡੇ ਵਿੱਚੋਂ ਸਾਡੀ ਆਪਣੀ ਪਿਟੀ ਹੈ ਉਹਨੂੰ ਡਾਇਲਿਸਿਸ ਵਾਂਗੂ ਨਿਕਾਲ ਦਿੰਦਾ ਹੈ। ਮੈਕਸ ਲਿਕੋਡੋ ਨੇ ਇਹ ਕਿਹਾ ਹੈ। ਤੇ ਜਿਸ ਤਰ੍ਹਾਂ ਦੱਸਿਆ ਹੈ, ਮੈਂ ਡਾਕਟਰ ਜਗਤਜੀਤ ਸਿੰਘ ਵਿਰਕ ਤੁਹਾਨੂੰ ਸੰਬੋਧਿਤ ਹਾਂ। ਤੇ ਡਾਇਲਿਸਿਸ ਕੀ ਆ? ਮੈਡੀਸਨ ਦੇ ਵਿੱਚ ਡਾਇਲਿਸਿਸ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਕਿ ਐਕਸੈਸ ਜ਼ਿਆਦਾ ਜਿਹੜਾ ਪਾਣੀ ਆ ਸਰੀਰ ਦੇ ਵਿੱਚ ਜਾਂ ਜਿਹੜੇ ਟੌਕਸਿਨਸ ਹੈਗੇ ਆ, ਵੇਸਟ ਪ੍ਰੋਡਕਟ ਹੈਗੇ ਆ, ਉਹ ਕੱਢੇ ਜਾਂਦੇ ਹੈਗੇ ਆ। ਜਿਨ੍ਹਾਂ ਦਾ ਕਿਡਨੀ ਜਿਹੜਾ ਹੈਗਾ ਆ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਫਿਰ ਸਾਨੂੰ ਆਰਟੀਫਿਸ਼ਲੀ ਤੌਰ ਦੇ ਉੱਤੇ ਉਹ ਜਿਹੜੇ ਕਿਡਨੀ ਦੇ ਕੰਮ ਹੈਗੇ ਆ ਕੁਛ ਉਹ ਸਾਨੂੰ ਕਰਨੇ ਪੈਂਦੇ ਆ। ਇਹਨੂੰ ਇੱਕ ਤਰ੍ਹਾਂ ਦਾ ਅਸੀਂ ਰੀਨਲ ਰਿਪਲੇਸਮੈਂਟ ਥੈਰੇਪੀ ਵੀ ਕਹਿੰਦੇ ਆ ਕਿ ਇਹ ਗੁਰਦਿਆਂ ਦਾ ਇੱਕ ਬਦਲਾਅ ਹੈ। ਜਿਹੜਾ ਕਿ ਪਹਿਲਾ ਡਾਇਲਿਸਿਸ ਕੀਤਾ ਗਿਆ ਸੀ ਇਹ 1943 ਦੇ ਵਿੱਚ ਕੀਤਾ ਗਿਆ ਸੀ। ਤੇ 3 ਟਾਈਪ ਦੇ ਕਿਹੜੇ ਡਾਇਲਿਸਿਸ ਹੈਗੇ ਆ? ਇੱਕ ਤਾਂ ਹੈ ਸੈਂਟਰ ਹੀਮੋਡਾਇਲਿਸਿਸ ਜਿਹੜਾ ਕਿ ਇਹ ਹਸਪੀਟਲਾਂ ਦੇ ਵਿੱਚ ਹੁੰਦਾ ਹੈਗਾ ਆ। ਦੂਜਾ ਘਰ ਦੇ ਵਿੱਚ ਹੀਮੋਡਾਇਲਿਸਿਸ ਹੁੰਦਾ ਕਿ ਜਿੱਥੇ ਬਲੱਡ ਨੂੰ ਸਾਫ਼ ਕੀਤਾ ਜਾਂਦਾ ਆ। ਤੀਜਾ ਇੱਕ ਪੈਰੀਟੋਨੀਅਲ ਡਾਇਲਿਸਿਸ ਹੈ ਜਿਹਦੇ ਨਾਲ ਕਿ ਤੁਹਾਡੀ ਜਿਹੜੇ ਪੇਟ ਦੇ ਵਿੱਚ ਪਾਣੀ ਨੂੰ ਮਤਲਬ ਸਰਕੂਲੇਟ ਕਰਕੇ ਔਰ ਤੁਹਾਡੀ ਜਿਹੜੀ ਪੇਟ ਦੀ ਝਿੱਲੀ ਹੈਗੀ ਆ ਉਹਨੂੰ ਇਸਤੇਮਾਲ ਕਰਕੇ ਤੁਹਾਡਾ ਡਾਇਲਿਸਿਸ ਕੀਤਾ ਜਾਂਦਾ ਹੈਗਾ ਆ। ਇਹ ਬਹੁਤ ਇੰਪੋਰਟੈਂਟ ਹੈਗਾ ਕਿ ਤੁਸੀਂ ਕਿਹੜਾ ਜਿਹੜਾ ਟਾਈਪ ਹੈਗਾ ਆ ਉਹ ਚੂਜ਼ ਕਰਦੇ ਹੈਗੇ ਆ। ਇਹ ਆਪਸ਼ਨ ਜਿਹੜੀ ਹੈਗੀ ਆ ਇਹ ਚੇਂਜ ਹੋ ਸਕਦੀ ਆ ਤੇ ਤੁਸੀਂ ਇਹ ਨਹੀਂ ਹੈ ਕਿ ਇਹ ਇੱਕੋ ਹੀ ਕਰਾਉਣਾ ਹੈਗਾ। ਕਿਸੇ ਨੂੰ ਵੀ ਤੁਸੀਂ ਡਾਇਲਿਸਿਸ ਕਿਸੇ ਟਾਈਪ ਦੇ ਨੂੰ ਵੀ ਕਰਵਾ ਸਕਦੇ ਹੋਗੇ ਹੋ। ਕੀ ਡਾਇਲਿਸਿਸ ਜ਼ਿਆਦਾ ਦਰਦ ਭਰਾ ਹੁੰਦੇ ਆ? ਨਹੀਂ, ਮਿਥ ਆ ਇਹ। ਡਾਇਲਿਸਿਸ ਕੋਈ ਪੇਨਫੁਲ ਨਹੀਂ ਹੁੰਦਾ। ਤੇ ਜੇ ਤੁਸੀਂ ਹੀਮੋਡਾਇਲਿਸਿਸ ਕਰਾਣੇ ਹੈਗੇ ਆ ਤੇ ਥੋੜੀ ਬਹੁਤ ਡਿਸਕੰਫਰਟ ਤਾਂ ਹੋ ਹੀ ਸਕਦੀ ਹੈ ਜਦੋਂ ਤੁਸੀਂ ਨੀਡਲ ਲਗਾਣੀ ਹੈਗੀ ਆ ਤੇ ਫਿਸਟੂਲਾ ਜਾਂ ਗ੍ਰਾਫਟ ਲਗਾਣਾ ਆ। ਬਟ ਜ਼ਿਆਦਾਤਰ ਪੇਸ਼ੈਂਟਸ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇਹ ਜਿਹੜੀ ਟ੍ਰੀਟਮੈਂਟ ਹੈਗੀ ਆ ਇਹ ਇੰਟਾਇਰਲੀ ਇਹ ਪੇਨਲੈਸ ਹੈਗੀ ਆ। ਕੋਈ ਆਦਮੀ ਕਿੰਨੇ ਦੇਰ ਡਾਇਲਿਸਿਸ ਦੇ ਉੱਤੇ ਰਹਿ ਸਕਦਾ ਆ? ਇਹਦਾ ਆਨਸਰ ਇਹ ਆ ਕਿ ਐਵਰੇਜ ਲਾਈਫ ਐਕਸਪੈਕਟੈਂਸੀ ਜਿਹੜੀ ਡਾਇਲਿਸਿਸ ਦੇ ਉੱਤੇ ਹੈਗੀ ਆ ਉਹ 5 ਤੋਂ 10 ਸਾਲ ਹੈਗੀ ਆ। ਪਰ ਕਈ ਪੇਸ਼ੈਂਟਸ ਜਿਹੜੇ ਹੈਗੇ ਆ ਉਹ 20 ਤੋਂ 30 ਸਾਲ ਤੱਕ ਵੀ ਡਾਇਲਿਸਿਸ ਦੇ ਉੱਤੇ ਰਹਿ ਗਏ ਹਨ। ਤੇ ਤੁਸੀਂ ਵੀ ਆਪਣੇ ਹੈਲਥ ਕੇਅਰ ਟੀਮ ਦੇ ਨਾਲ ਇਹ ਡਿਸਕਸ ਕਰ ਸਕਦੇ ਹੋ ਕਿ ਤੁਹਾਨੂੰ ਇਹ ਕਿੰਨੀ ਦੇਰ ਤੱਕ ਇਹਦੀ ਲੋੜ ਪਏਗੀ। ਕੀ ਕਿਡਨੀ ਦੁਆਰਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ? ਹਾਂ, ਗੁੱਡ ਨਿਊਜ਼ ਹੈਗੀ ਆ ਕਿ ਜਿਹੜੀ ਅਕਿਊਟ ਕਿਡਨੀ ਫੇਲੀਅਰ ਹੈਗੀ ਆ, ਜਿਨ੍ਹਾਂ ਨੂੰ ਇੱਕਦਮ ਕਿਡਨੀ ਦਾ ਜਿਹੜਾ ਪ੍ਰਕੋਪ ਹੈਗਾ ਆ ਉਹ ਬੰਦ ਹੋ ਗਈ ਆ, ਉਹਨਾਂ ਦੇ ਵਿੱਚ ਇਹ ਰਿਵਰਸ ਹੋ ਜਾਂਦੀ ਹੈਗੀ ਆ। ਤੇ ਕਿਡਨੀ ਜਿਹੜੀ ਆ ਤਕਰੀਬਨ
ਕਈ ਹਫ਼ਤਿਆਂ ਦੇ ਬਾਅਦ ਜਾਂ ਮਹੀਨੇ ਬਾਅਦ ਉਹ ਜੇ ਅੰਡਰਲਾਈਨ ਕਾਜ਼ ਉਹਦਾ ਜਿਹੜਾ ਹੈਗਾ ਉਹ ਰਿਮੂਵ ਕੀਤਾ ਜਾਵੇ ਤਾਂ ਉਹ ਸਹੀ ਹੋ ਜਾਂਦੀ ਹੈਗੀ ਆ। ਤੇ ਉਹਨਾਂ ਚਿਰ ਜਿੰਨਾ ਚਿਰ ਉਹ ਕਿਡਨੀ ਦਰੁਸਤ ਨਹੀਂ ਹੁੰਦੀ ਉਹਨਾਂ ਚਿਰ ਸਾਨੂੰ ਡਾਇਲਿਸਿਸ ਦੀ ਜ਼ਰੂਰਤ ਪੈਂਦੀ ਹੈਗੀ ਆ। ਸਾਈਡ ਇਫੈਕਟਸ ਡਾਇਲਿਸਿਸ ਦੇ ਕੀ ਹੈਗੇ ਆ? ਮੋਸਟ ਕਾਮਨ ਸਾਈਡ ਇਫੈਕਟਸ ਹੀਮੋਡਾਇਲਿਸਿਸ ਦੇ ਹੈਗੇ ਆ ਕਿ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੋ ਸਕਦਾ ਆ, ਤੇ ਜਿਸ ਸਾਈਟ ਦੇ ਉੱਤੇ ਸੂਈ ਲੱਗੀ ਹੈਗੀ ਆ ਉੱਥੇ ਇਨਫੈਕਸ਼ਨ ਹੋ ਸਕਦੀ ਆ। ਕਈ ਵਾਰੀ ਮਸਲਸ ਦੇ ਵਿੱਚ ਕ੍ਰੈਂਪਸ ਆ ਜਾਂਦੇ ਹੈਗੇ ਆ, ਕਈ ਵਾਰੀ ਇੱਚੀ ਸਕਿਨ ਹੋ ਜਾਂਦੀ ਹੈਗੀ ਆ, ਤੇ ਕਈ ਵਾਰੀ ਬਲੱਡ ਕਲੌਟਸ ਜਿਹੜੇ ਆ ਉਹ ਨਾੜੀਆਂ ਦੇ ਵਿੱਚ ਹੋ ਜਾਂਦੇ ਹੈਗੇ ਆ। ਤੇ ਜਿਹੜੀ ਮੋਸਟ ਕਾਮਨ ਸਾਈਡ ਇਫੈਕਟ ਪੈਰੀਟੋਨੀਅਲ ਡਾਇਲਿਸਿਸ ਦੀ ਹੈਗੀ ਆ, ਉਹ ਪੈਰੀਟੋਨੀਅਮ ਦੇ ਵਿੱਚ ਇਨਫੈਕਸ਼ਨ ਜਾਂ ਇਨਫਲੇਮੇਸ਼ਨ ਹੋ ਜਾਂਦੀ ਹੈਗੀ ਆ। ਕਈ ਵਾਰੀ ਹਰਨੀਆਂ ਹੋ ਜਾਂਦਾ, ਤੇ ਸ਼ੂਗਰ ਦੀਆਂ ਚੇਂਜਸ ਹੋ ਜਾਂਦੀਆਂ, ਬਲੱਡ ਸ਼ੂਗਰ ਦੀਆਂ, ਤੇ ਕਈ ਵਾਰੀ ਪੋਟਾਸ਼ੀਅਮ ਜਿਹੜਾ ਇੰਬੈਲੈਂਸ ਹੋ ਜਾਂਦਾ ਜਦੋਂ ਪੈਰੀਟੋਨੀਅਮ ਡਾਇਲਿਸਿਸ ਕਰਦੇ ਹੈਗੇ ਆ। ਤੇ ਕਈਆਂ ਨੂੰ weight gain ਦੀ ਵੀ ਪ੍ਰੋਬਲਮ ਹੋ ਜਾਂਦੀ ਹੈਗੀ ਆ। ਕੀ ਇਹ ਡਾਇਲਿਸਿਸ ਪਰਮਾਨੈਂਟ ਆ ਔਰ ਟੈਂਪਰੇਰੀ ਹੈਗਾ? ਤੇ ਜਦੋਂ ਕਿਡਨੀ ਫੇਲਿਅਰ ਹੋ ਜਾਂਦੀ ਆ ਤੇ ਇਹ ਪਰਮਾਨੈਂਟ ਹੋ ਜਾਂਦਾ ਹੈਗਾ ਆ। ਜੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੈਗੀ ਆ, ਪ੍ਰੋਗਰੈਸਿਵ ਹੈਗੀ ਆ, ਐਂਡ ਸਟੇਜ ਕਿਡਨੀ ਡਿਜ਼ੀਜ਼ ਜਿਹੜੀ ਹੈਗੀ ਆ, ਫਿਰ ਇਹ ਪਰਮਾਨੈਂਟ ਹੈਗਾ ਆ। ਤੇ ਇਹ ਟੈਂਪਰੇਰੀ ਵੀ ਹੋ ਸਕਦਾ ਆ। ਜੇ ਅਕਿਊਟ ਕਿਡਨੀ ਫੇਲਿਅਰ ਹੈਗੀ ਆ ਤੇ ਡਾਇਲਿਸਿਸ ਉਦੋਂ ਤੱਕ ਨੈਸੈਸਰੀ ਹੈ ਜਦੋਂ ਤੱਕ ਟ੍ਰੀਟਮੈਂਟ ਦੇ ਰਾਹੀਂ ਕਿਡਨੀ ਜਿਹੜੇ ਆ ਉਹ ਰਿਪੇਅਰ ਨਹੀਂ ਹੁੰਦੇ। ਤੇ ਇਹ ਇਹਨਾਂ ਦੇ ਵਿੱਚ ਕਿਡਨੀ ਜਿਹੜੀ ਇਹ ਡਾਇਲਿਸਿਸ ਹੈਗਾ ਆ ਉਹ ਟੈਂਪਰੇਰੀ ਹੁੰਦਾ ਆ। 4 ਘੰਟੇ ਡਾਇਲਿਸਿਸ ਕਰਨਾ ਪੈਂਦਾ ਆ, ਤੇ ਜਿਹੜੀਆਂ ਵੇਨਸ ਹੈਗੀਆਂ ਆ ਉਹ ਕੈਥੇਟਰ ਨੂੰ ਪਾਉਣ ਦੇ ਲਈ ਥੋੜੀਆਂ ਉਹਨਾਂ ਨੂੰ ਇਨਲਾਰਜ ਕਰਨਾ ਪੈਂਦਾ ਹੈਗਾ। ਹੀਮੋਡਾਇਲਿਸਿਸ ਜਿਹੜਾ ਆ 3 ਟਾਈਮਸ ਵੀਕ, 3 ਟਾਈਮ ਹਫਤੇ ਦੇ ਵਿੱਚ ਕਰਨਾ ਪੈਂਦਾ, ਜਾਂ 3 ਜਾਂ 4 ਘੰਟੇ ਰੋਜ਼ ਦੇ। ਤੇ ਇਹ ਡਿਪੈਂਡ ਕਰਦਾ ਆ ਕਿ ਤੁਹਾਡੀ ਕਿਡਨੀ ਕਿੰਨੀ ਕੁ ਕੰਮ ਕਰਦੀ ਆ ਤੇ ਕਿੰਨਾ ਕੁ ਜ਼ਿਆਦਾ ਫਲੂਇਡ ਤੁਹਾਡੇ ਅੰਦਰ ਹੈ, ਤੁਹਾਨੂੰ ਵੇਟ ਦਿੱਤਾ ਆ, ਤੇ ਤੁਸੀਂ ਇਸ ਟ੍ਰੀਟਮੈਂਟ ਦੇ ਦੌਰਾਨ ਕਿੰਨਾ weight gain ਕੀਤਾ ਹੈਗਾ ਆ। ਤੇ ਰਿਕਵਰੀ ਕਿੰਨੀ ਦੇਰ ਬਾਅਦ ਹੁੰਦੀ ਡਾਇਲਿਸਿਸ ਤੋਂ ਬਾਅਦ? ਰਿਕਵਰੀ ਰੇਟਸ ਜਿਹੜੇ ਆ ਉਹ 10% ਤੇ 15% ਵਿਦਿਨ ਦੀ ਫਸਟ 30 ਡੇਜ਼ ਤੇ ਡਾਇਲਿਸਿਸ ਦੇ ਹੁੰਦੇ ਆ ਇਨੀਸ਼ੀਏਸ਼ਨ ਤੋਂ ਬਾਅਦ। ਤੇ ਨੀਅਰਲੀ ਹਾਫ ਜਿਹੜੇ ਪੇਸ਼ੈਂਟਸ ਹੈਗੇ ਆ ਉਹ ਕਿਡਨੀ ਫੰਕਸ਼ਨ ਜਿਹੜਾ ਆ ਉਹਨਾਂ ਦਾ 90 ਡੇਜ਼ ਤੱਕ ਤਕਰੀਬਨ ਡਾਇਲਿਸਿਸ ਦੀ ਇਨੀਸ਼ੀਏਸ਼ਨ ਤੋਂ ਬਾਅਦ ਠੀਕ ਹੋ ਜਾਂਦੇ ਹੈਗੇ ਆ। ਜਿਹੜੇ ਥੋੜੇ ਪੇਸ਼ੈਂਟ ਹੈਗੇ ਆ ਉਹ 180 ਦਿਨਾਂ ਦੇ ਆਊਟ ਪੇਸ਼ੈਂਟ ਕ੍ਰੋਨਿਕ ਡਾਇਲਿਸਿਸ ਤੋਂ ਬਾਅਦ ਵੀ ਠੀਕ ਹੋ ਜਾਂਦੇ ਹੈਗੇ ਆ। ਕੀ ਡਾਇਲਿਸਿਸ ਸਾਰੀ ਉਮਰ ਲਈ ਹੁੰਦਾ ਹੈ? ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਉਹ ਡਾਇਲਿਸਿਸ ਦੇ ਉੱਤੇ ਬਹੁਤ ਸਾਲ ਰਹਿੰਦੇ ਹੈਗੇ ਆ, ਤੇ ਟ੍ਰੀਟਮੈਂਟ ਜਿਹੜੀ ਹੈਗੀ ਆ ਉਹ ਥੋੜਾ ਬਹੁਤ ਕੰਪਨਸੇਟ ਕਰ ਦਿੰਦੀ ਆ ਲਾਸ ਆਫ ਕਿਡਨੀ ਫੰਕਸ਼ਨ। ਤੇ ਜਿਹੜਾ ਕਿਡਨੀ ਜਿਹੜਾ ਪ੍ਰੋਪਰਲੀ ਕੰਮ ਨਹੀਂ ਕਰਦੇ ਹੈਗੇ ਉਹ ਉਹਨਾਂ ਦਾ ਬੋਡੀ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਸਟ੍ਰੇਨ ਪੈਂਦਾ ਹੈਗਾ ਆ। ਜੇ ਤੁਸੀਂ ਡਾਇਲਿਸਿਸ ਨਾ ਕਰਵਾਓ ਤਾਂ ਫੇਰ ਕੀ ਹੋ ਜਾਂਦਾ ਆ? ਤੇ ਫੇਰ ਤੁਹਾਡੇ ਕਿਡਨੀ ਜਿਹੜੇ ਹੈਗੇ ਆ ਉਹ ਲਗਾਤਾਰ ਕਿਡਨੀ ਫੇਲ ਹੁੰਦੀ ਰਹੇਗੀ ਤੇ ਇਵੈਂਚੁਅਲੀ ਡਾਈ ਹੋ ਜਾਂਦੀ ਹੈਗੀ ਆ। ਤੇ ਕਿੰਨੀ ਦੇਰ ਤੁਸੀਂ ਜਿੰਦੇ ਰਹਿ ਸਕਦੇ ਹੋ ਇਹ ਓਵਰਆਲ ਹੈਲਥ ਤੇ ਡਿਪੈਂਡ ਕਰਦਾ ਹੈਗਾ ਆ, ਤੇ ਤੁਹਾਡੀ ਕਿਡਨੀ ਡਿਜ਼ੀਜ਼ ਤੇ ਡਿਪੈਂਡ ਕਰਦਾ ਆ ਕਿ ਤੁਹਾਡੀ ਕਿਡਨੀ ਕਿੰਨਾ ਕੁ ਫੰਕਸ਼ਨ ਕਰਦੀ ਹੈਗੀ ਆ। ਜਦੋਂ ਡੈਥ ਨੀਅਰ ਹੋ ਜਾਂਦੀ ਹੈਗੀ ਆ ਤਾਂ ਫਿਰ ਤੁਸੀਂ ਸਲੀਪੀ ਤੇ ਵੀਕ ਫੀਲ ਕਰਨ ਲੱਗ ਪੈਂਦੇ ਹੋ ਜੇ ਤੁਸੀਂ ਡਾਇਲਿਸਿਸ ਨਹੀਂ ਕਰਾਉਂਦੇ ਤਾਂ। ਸਾਈਨਸ ਆਫ ਡਾਈਂਗ ਫਰੋਮ ਕਿਡਨੀ ਫੇਲਿਅਰ ਕੀ ਹੈਗੇ ਆ? ਜਿਹੜੇ ਕਿ ਮੋਸਟ ਕਾਮਨ ਹੈਗੇ ਆ ਐਂਡ ਆਫ ਲਾਈਫ ਕਿਡਨੀ ਫੇਲਿਅਰ ਸਾਈਨਸ ਹੈਗੇ ਆ, ਉਹ ਤਾਂ ਇੱਕ ਤਾਂ ਪਾਣੀ ਰਿਟੈਂਸ਼ਨ ਹੋ ਜਾਂਦਾ ਤੁਹਾਡੇ ਬੋਡੀ ਦੇ ਵਿੱਚ, ਸਵੈਲਿੰਗ ਲੈਗਸ ਤੇ ਫੀਟ ਦੀ ਸਵੈਲਿੰਗਸ ਹੋ ਜਾਂਦੀ ਆ, ਲਾਸ ਆਫ ਐਪੀਟਾਈਟ, ਨੋਸ਼ੀਆ, ਵੋਮਟਿੰਗ ਹੋ ਜਾਂਦਾ, ਕਨਫਿਊਜ਼ਨ ਹੋ ਜਾਂਦਾ, ਸ਼ਾਰਟਨੈਸ ਆਫ ਬ੍ਰੈਥ ਹੋ ਜਾਂਦਾ, ਇਨਸੋਮਨੀਆ ਹੋ ਜਾਂਦਾ, ਸਲੀਪ ਇਸ਼ੂਜ਼ ਹੋ ਜਾਂਦੇ ਆ, ਇਚੀਨੈਸ ਹੋ ਜਾਂਦੀ ਆ ਡਿਊ ਟੂ ਵੇਸਟ ਪ੍ਰੋਡਕਟਸ ਇਨ ਦਾ ਬਲੱਡ, ਤੇ ਕ੍ਰੈਂਪਸ ਤੇ ਮਸਲ ਟਵਿਚਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ ਇਲੈਕਟ੍ਰੋਲਾਈਟਸ ਕਰਕੇ। ਤੇ ਤੁਸੀਂ ਯੂਰਿਨ ਜਿਹੜਾ ਨਹੀਂ ਵੀ ਪਾਸ ਕਰ ਸਕਦੇ ਜਾਂ ਬਹੁਤ ਮਾਮੂਲੀ ਜਿਹਾ ਯੂਰਿਨ ਤੁਸੀਂ ਪਾਸ ਕਰਦੇ ਆ, ਡਰਾਊਜ਼ੀਨੈਸ ਤੇ ਫਟੀਗ ਹੋ ਜਾਂਦੀ ਹੈਗੀ ਆ। ਇਹ ਸਾਰੇ ਜਿਹੜੇ ਆ ਇਹ ਮਤਲਬ ਸਾਈਨਸ ਹੈਗੇ ਆ ਕਿ ਤੁਹਾਡੀ ਜਿਹੜੀ ਕਿਡਨੀ ਹੈਗੀ ਆ ਹੁਣ ਬਹੁਤ ਜ਼ਿਆਦਾ ਹੀ ਖਰਾਬ ਹੋ ਗਈ ਹੈਗੀ ਆ। ਕੀ ਡਾਇਲਿਸਿਸ ਨਾਲ ਕਿਉਰ ਵੀ ਹੋ ਜਾਂਦੀ ਆ? ਨੋ। ਜਦੋਂ ਵੀ
ਡਾਇਲਿਸਿਸ ਅੱਛੀ ਤਰ੍ਹਾਂ ਵੀ ਕੀਤਾ ਹੈਗਾ ਆ ਤੇ ਇਹ ਕਿਡਨੀ ਦਾ ਫੰਕਸ਼ਨ ਜਿਹੜਾ ਆ ਉਹਨੂੰ ਰਿਪਲੇਸ ਨਹੀਂ ਕਰ ਸਕਦੀ, ਸਿਰਫ ਟੈਂਪਰੇਰੀ ਅਰੇਂਜਮੈਂਟ ਹੈਗਾ ਆ। ਹੀਮੋਡਾਇਲਿਸਿਸ ਤੇ ਪੈਰੀਟੋਨੀਅਲ ਡਾਇਲਿਸਿਸ ਜਿਹੜਾ ਹੈਗਾ ਆ ਲੋਕਾਂ ਨੂੰ ਕਿਡਨੀ ਫੇਲੀਅਰ ਤੋਂ ਥੋੜਾ ਬਹੁਤ ਰਾਹਤ ਦਿੰਦਾ ਹੈਗਾ ਆ ਤੇ ਤਾਂ ਕਿ ਉਹ ਥੋੜੀ ਬਹੁਤ ਬੈਟਰ ਫੀਲ ਕਰ ਸਕਣ ਤੇ ਆਪਣੀ ਜਿਹੜੀ ਰੂਟੀਨ ਦੀ ਜੌਬ ਹੈਗੀ ਆ ਉਹ ਥੋੜੀ ਬਹੁਤ ਕਰ ਸਕਣ। ਪਰ ਇਹ ਨਾ ਤਾਂ ਰਿਪਲੇਸ ਕਰਦਾ ਹੈਗਾ ਆ ਤੇ ਕਿਡਨੀਜ਼ ਨੂੰ ਤੇ ਨਾ ਹੀ ਹੈਲਦੀ ਦੇ ਜਿਹੜੇ ਕੰਮ ਹੈਗੇ ਆ ਕਿਡਨੀ ਦੇ ਉਹ ਇਹ ਕਰਦਾ ਹੈਗਾ ਆ। What are the signs that you need dialysis? ਕਿਹੜੇ ਸਾਈਨਸ ਆ ਕਿ ਤੁਹਾਨੂੰ ਲੋੜ ਪੈਂਦੀ ਆ ਕਿਡਨੀ ਦੀ ਡਾਇਲਿਸਿਸ ਦੀ? ਕਿਡਨੀ ਫੇਲੀਅਰ ਜਿਹੜਾ ਸਿੰਪਟਮ ਹੈਗਾ ਆ, ਵੇਸਟ ਜਿਹੜਾ ਆ ਉਹ ਬੋਡੀ ਦੇ ਕੱਢਣੇ ਹੈਗੇ ਆ, ਮੂੰਹ ਦੇ ਵਿੱਚ ਮੈਟੈਲਿਕ ਟੇਸਟ ਆ ਜਾਂਦਾ, ਅਮੋਨੀਆ ਬ੍ਰੈਥ ਆ ਜਾਂਦੀ ਹੈਗੀ ਆ, ਪ੍ਰੋਟੀਨ ਅਵਰਸ਼ਨ ਹੋ ਜਾਂਦੀ ਆ, ਤੁਸੀਂ ਮੀਟ ਵਗੈਰਾ ਨਹੀਂ ਚੰਗਾ ਲੱਗਦਾ ਤੁਹਾਨੂੰ, ਨੌਸ਼ੀਆ ਵੋਮਟਿੰਗ ਹੋਣ ਲੱਗ ਪੈਂਦੀ ਆ, ਡਿਫਿਕਲਟੀ ਕੰਸੈਂਟਰੇਟਿੰਗ, ਤੁਸੀਂ ਕਿਸੇ ਚੀਜ਼ ਤੇ ਕੰਸੈਂਟਰੇਟ ਨਹੀਂ ਕਰਦੇ, ਭੁੱਖ ਤੁਹਾਨੂੰ ਲੱਗਣੀ ਬੰਦ ਹੋ ਜਾਂਦੀ ਆ ਤੇ ਸਰੀਰ ਦੇ ਉੱਤੇ ਖਾਰਿਸ਼ ਹੋ ਜਾਂਦੀ ਆ। ਇਹਨਾਂ ਸਾਰੀਆਂ ਗੱਲਾਂ ਕਰਕੇ ਤੁਹਾਨੂੰ ਡਾਇਲਿਸਿਸ ਦੀ ਫਿਰ ਜ਼ਰੂਰਤ ਪੈਣੀ ਸ਼ੁਰੂ ਹੋ ਜਾਂਦੀ ਹੈਗੀ ਆ। ਡਾਇਲਿਸਿਸ ਦੇ ਪੇਸ਼ੈਂਟਸ ਕਈ ਡਾਰਕ ਟਰਨ ਹੋ ਜਾਂਦੇ ਆ, ਉਹ ਇੱਕ ਡਿਸਕਲਰਡ ਸਕਿਨ ਹੋ ਜਾਂਦੀ ਆ, ਹਾਈਪਰ ਪਿਗਮੈਂਟੇਸ਼ਨ ਹੋ ਜਾਂਦੀ ਆ ਜਿਹੜੀ ਕਿ ਐਂਡ ਸਟੇਜ ਰੀਨਲ ਡਿਜ਼ੀਜ਼ ਦੇ ਵਿੱਚ ਹੁੰਦੀ ਆ। ਇਹਦਾ ਕਾਰਨ ਜਿਹੜਾ ਹੈਗਾ ਆ ਇੱਕ ਪਿਗਮੈਂਟ ਹੈਗਾ ਆ ਜਿਹੜਾ ਯੂਰੋਕ੍ਰੋਮ ਹੁੰਦਾ ਉਹ ਸਕਿਨ ਦੇ ਵਿੱਚ ਇਕੱਠਾ ਹੋ ਜਾਂਦਾ ਆ। ਨਾਰਮਲੀ ਜਿਹੜੀ ਸਾਡੀ ਕਿਡਨੀ ਹੈਗੇ ਆ ਉਹ ਇਹਨੂੰ ਕੱਢਦੇ ਰਹਿੰਦੇ ਹੈਗੇ ਆ ਤੇ ਜਿਹੜੇ ਪੇਸ਼ੈਂਟ ਜਿਹੜੀ ਗ੍ਰੇਸ਼ ਹੋ ਜਾਂਦੇ ਆ ਤੇ ਮੈਟੈਲਿਕ ਕਲਰ ਸਕਿਨ ਜਿਹੜੀ ਆ ਉਹ ਦਿਖਣੀ ਸ਼ੁਰੂ ਹੋ ਜਾਂਦੀ ਆ ਜਿਨ੍ਹਾਂ ਦੇ ਕਿਡਨੀ ਫੇਲ ਹੋ ਜਾਂਦੀ ਹੈਗੀ ਆ। ਪਹਿਲੇ ਡਾਇਲਿਸਿਸ ਤੋਂ ਬਾਅਦ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਜਦੋਂ ਪਹਿਲੀ ਵਾਰੀ ਤੁਹਾਨੂੰ ਡਾਇਲਿਸਿਸ ਦੇ ਉੱਤੇ ਪਾਇਆ ਜਾਂਦਾ ਤਾਂ ਤੁਹਾਡੀ ਬੋਡੀ ਦੇ ਵਿੱਚ ਇੱਕ ਥਕਾਵਟ ਮਹਿਸੂਸ ਹੁੰਦੀ ਆ ਤੇ ਤੁਸੀਂ ਟਾਇਰਡ ਤੇ ਐਗਜ਼ਾਸਟਡ ਫੀਲ ਕਰਦੇ ਹੋਗੇ ਹਮੇਸ਼ਾ ਤੇ ਕਾਮਨ ਸਾਈਡ ਇਫੈਕਟ ਹੈਗਾ ਆ। ਤੇ ਜਿਹੜੇ ਡਾਇਲਿਸਿਸ ਯੂਜ਼ ਕਰਦੇ ਲੌਂਗ ਟਰਮ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਆ। ਫਟੀਗ ਜਿਹੜੀ ਆ ਇਹ ਕੰਬੀਨੇਸ਼ਨ ਆਫ ਲਾਸ ਆਫ ਨਾਰਮਲ ਕਿਡਨੀ ਫੰਕਸ਼ਨ ਤੋਂ ਵੀ ਹੁੰਦੀ ਹੈਗੀ ਆ ਤੇ ਡਾਇਲਿਸਿਸ ਨਾਲ ਵੀ ਹੁੰਦੀ ਆ। ਇਹ ਇਫੈਕਟਸ ਜਿਹੜੇ ਆ ਡਾਇਲਿਸਿਸ ਦੇ ਤੁਹਾਡੇ ਬੋਡੀ ਦੇ ਉੱਤੇ ਦੇਖਣ ਨੂੰ ਮਿਲਦੇ ਹੈਗੇ ਆ। ਕੀ ਡਾਇਲਿਸਿਸ ਪੇਸ਼ੈਂਟ ਸਮੈਲ ਕਰਦੇ ਆ? ਇਹ ਨਾਰਮਲ ਆ ਕਿ ਪੇਸ਼ੈਂਟ ਜਿਹੜੇ ਡਾਇਲਿਸਿਸ ਦੇ ਉੱਤੇ ਹੈਗੇ ਆ ਅਮੋਨੀਆ ਆਰਡਰ ਹੈਗੀ ਆ ਉਹ ਉਹਨਾਂ ਦੇ ਬੋਡੀ ਚੋਂ ਨਿਕਲਦੀ ਹੈਗੀ ਆ। ਇਹ ਕਾਮਨ ਹੈਗੀ ਆ ਤੇ ਨੋਟਿਸੇਬਲ ਹੈਗੀ ਆ ਡਾਇਲਿਸਿਸ ਦੇ ਸੈਸ਼ਨਸ ਤੋਂ। ਇਹ ਡਾਇਲਿਸਿਸ ਸੈਸ਼ਨ ਤੋਂ ਬਾਅਦ ਦੇ ਵਿੱਚ ਇਹ ਹਟ ਜਾਂਦੀ ਹੈ। Why do dialysis patients smell like urine? ਇਹ ਕੀ ਆ? when the excessive urea ਤੁਹਾਡੇ ਬੋਡੀ ਦੇ ਵਿੱਚ ਸਲਾਈਵੇ ਦੇ ਨਾਲ ਰਿਐਕਟ ਕਰਦਾ ਆ ਤਾਂ ਅਮੋਨੀਆ ਬਣ ਜਾਂਦਾ ਆ ਤੇ ਅਮੋਨੀਆ ਜਿਹੜਾ ਆ ਜਦੋਂ ਤੁਸੀਂ ਸਾਹ ਲੈਂਦੇ ਆ ਤਾਂ ਉਹ ਬਾਹਰ ਨਿਕਲਦਾ ਹੈਗਾ ਆ। ਤੇ ਜੇ ਤੁਹਾਡੇ ਕਰੋਨਿਕ ਕਿਡਨੀ ਡਿਜ਼ੀਜ਼ ਹੈਗੀ ਆ ਤੇ ਇਹ ਬ੍ਰੈਥ ਜਿਹੜਾ ਅਮੋਨੀਆ ਵਾਲਾ ਆ ਇਹ ਤੁਹਾਡੇ ਮੂੰਹ ਚੋਂ ਨਿਕਲਦਾ ਹੈ ਤੇ ਇਸ ਨੂੰ ਅਸੀਂ ਇੱਕ ਮੈਡੀਕਲ ਟਰਮ ਦਿੰਦੇ ਆ ਯੂਰੀਮਿਕ ਫੀਟਰ। ਇਹ ਇਸ ਤਰ੍ਹਾਂ ਨਿਕਲਦਾ ਹੈਗਾ ਆ। ਤੇ ਡਾਕਟਰ ਫਲਸ਼ ਕਿੱਦਾਂ ਕਰਦੇ ਆ ਕਿਡਨੀ ਨੂੰ? ਇਹ ਹੀਮੋਡਾਇਲਿਸਿਸ ਕਿੱਦਾਂ ਵਰਕ ਕਰਦਾ ਆ? ਹੀਮੋਡਾਇਲਿਸਿਸ ਜਿਹੜਾ ਪ੍ਰੋਸੀਜਰ ਹੈਗਾ ਆ ਇਹ ਇੱਕ ਡਾਇਲਿਸਿਸ ਮਸ਼ੀਨ ਹੁੰਦੀ ਆ ਤੇ ਉਹਦੇ ਵਿੱਚ ਇੱਕ ਫਿਲਟਰ ਲਗਾਇਆ ਹੁੰਦਾ, ਉਹਨੂੰ ਅਸੀਂ ਆਰਟੀਫਿਸ਼ਲ ਕਿਡਨੀ ਕਹਿੰਦੇ ਹੈਗੇ ਆ, ਡਾਇਲਾਈਜ਼ਰ ਕਹਿੰਦੇ ਆ। ਤੇ ਇਹ ਬਲੱਡ ਨੂੰ ਕਲੀਨ ਕਰਦਾ ਹੈਗਾ ਆ ਤੇ ਬਲੱਡ ਨੂੰ ਕਲੀਨ ਕਰਨ ਦੇ ਲਈ ਇੱਕ ਜਿਹੜਾ ਮਤਲਬ ਬਲੱਡ ਵੈਸਲ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਐਕਸੈਸ ਕਰਨਾ ਪੈਂਦਾ ਆ ਤੇ ਬਲੱਡ ਉਹਦੇ ਵਿੱਚੋਂ ਦੀ ਨਿਕਾਲਣਾ ਪੈਂਦਾ ਹੈਗਾ ਆ ਤੇ ਉਹਦੇ ਨਾਲ ਇਹ ਬਲੱਡ ਜਿਹੜਾ ਆ ਉਹ ਸਾਫ਼ ਹੋ ਜਾਂਦਾ ਹੈਗਾ ਆ। Does dialysis clean your blood? ਡਾਇਲਿਸਿਸ ਜਿਹੜਾ ਆ ਉਹ ਤੁਹਾਡਾ ਬਲੱਡ ਸਾਫ਼ ਕਰ ਦਿੰਦਾ ਆ ਜਦੋਂ ਫਿਲਟਰ ਦੇ ਥਰੂ ਪਾਸ ਹੁੰਦਾ ਆ। ਤੇ ਪੈਰੀਟੋਨੀਅਲ ਡਾਇਲਿਸਿਸ ਦਾ ਜਿਹੜਾ ਫਿਲਟਰ ਹੈਗਾ ਆ ਉਹ ਜਿਹੜੀ ਪੈਰੀਟੋਨੀਅਮ ਹੈਗੀ ਆ ਜਿਹੜੀ ਤੁਹਾਡੀ ਝਿੱਲੀ ਹੈਗੀ ਆ ਪੇਟ ਦੀ ਉਹ ਵਰਕ ਕਰਦੀ ਆ ਐਜ਼ ਏ ਫਿਲਟਰ। ਤੇ ਹੀਮੋਡਾਇਲਿਸਿਸ ਜਿਹੜਾ ਫਿਲਟਰ ਹੈਗਾ ਆ ਉਹ ਪਲਾਸਟਿਕ ਦਾ ਬਣਿਆ ਹੁੰਦਾ ਹੈਗਾ ਤੇ ਇੱਕ ਪਾਸੇ ਤੁਹਾਡਾ ਬਲੱਡ ਹੁੰਦਾ, ਦੂਜੇ ਪਾਸੇ ਤੁਹਾਡਾ ਜਿਹੜਾ ਫਲੂਇਡ ਹੁੰਦਾ ਡਾਇਲਿਸਿਸ ਫਲੂਇਡ ਉਹਦੇ ਵਿੱਚ ਫਿਰ ਮਤਲਬ ਜਿਹੜੇ ਵੇਸਟ ਪ੍ਰੋਡਕਟ ਹੈਗੇ ਆ ਤੇ ਜਿਹੜੇ ਇਲੈਕਟ੍ਰੋਲਾਈਟਸ ਹੈਗੀ ਆ ਉਹਨਾਂ ਦੀ ਟਰਾਂਸਫਰ ਹੁੰਦੀ ਰਹਿੰਦੀ ਆ ਤੇ ਉਹਦੇ ਨਾਲ ਫਿਰ ਤੁਹਾਡਾ ਜਿਹੜਾ ਬਲੱਡ ਹੈਗਾ ਆ ਉਹ ਸਾਫ਼ ਹੁੰਦਾ ਰਹਿੰਦਾ ਹੈਗਾ ਆ।
ਕੋਈ ਆਦਮੀ ਕਿੰਨੀ ਦੇਰ ਲੰਬੇ ਸਮੇਂ ਤੋਂ ਡਾਇਲਿਸਿਸ ਦੇ ਉੱਤੇ ਹੈਗੇ ਆ। ਇੱਕ ਮਿਸਟਰ ਮਹੇਸ਼ ਮਹਿਤਾ ਯੂਕੇ ਦੇ ਹੈਗੇ ਆ, ਉਹਨਾਂ ਦਾ ਗਾਈਨੈਸ ਵਰਲਡ ਰਿਕਾਰਡ ਦੇ ਬਣਿਆ ਹੋਇਆ ਕਿ ਲੌਂਗੈਸਟ ਟਾਈਮ ਉਹਨਾਂ ਨੂੰ ਡਾਇਲਿਸਿਸ ਦੇ ਉੱਤੇ ਹੋ ਗਿਆ। 43 ਸਾਲ ਹੋ ਗਏ ਆ ਤੇ ਸਟਿਲ ਉਹ ਹਲੇ ਡਾਇਲਿਸਿਸ ਦੇ ਉੱਤੇ ਹੈਗੇ ਆ। ਹੁਣ ਉਹ 61 ਸਾਲ ਦੇ ਹੋ ਗਏ ਆ ਤੇ ਟ੍ਰੀਟਮੈਂਟ ਉਹਨਾਂ ਨੇ 18 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਸੀ। ਉਹਨਾਂ ਦੇ 2 ਟ੍ਰਾਂਸਪਲਾਂਟ ਵੀ ਫੇਲ ਹੋ ਚੁੱਕੇ ਆ ਤੇ ਹੋਮ ਡਾਇਲਿਸਿਸ ਕਰ ਰਹੇ ਆ ਤੇ ਉਹ ਸਰਜਰੀ ਤੋਂ ਬਾਅਦ ਘਰ ਦੇ ਵਿੱਚ ਹੀ ਡਾਇਲਿਸਿਸ ਕਰੀ ਜਾਂਦੇ ਹੈਗੇ ਆ। 43 ਸਾਲ। ਕਿਡਨੀ ਤੋਂ ਬਿਨਾਂ ਤੁਸੀਂ ਸਰਵਾਈਵ ਕਰ ਸਕਦੇ ਆ ਡਾਇਲਿਸਿਸ ਤੇ? ਹਾਂ, ਕਿਡਨੀ ਡਾਇਲਿਸਿਸ ਜਿਹੜਾ ਆ ਉਹ ਜ਼ਰੂਰੀ ਆ। ਵੀ ਕਈ ਦੋਨੋਂ ਕਿਡਨੀ ਨੂੰ ਰਿਮੂਵ ਕਰਨਾ ਪੈਂਦਾ ਹੈ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ, ਪ੍ਰਾਇਰ ਟੂ ਟ੍ਰਾਂਸਪਲਾਂਟੇਸ਼ਨ ਤੋਂ ਪਹਿਲਾਂ, ਤੇ ਕਈ ਕਿਡਨੀ ਡਿਜ਼ੀਜ਼ਸ ਦੇ ਵਿੱਚ ਤੇ ਡਾਇਲਿਸਿਸ ਜਿਹੜਾ ਆ ਉਹ ਫਿਰ ਨੈਸੈਸਰੀ ਹੋ ਜਾਂਦਾ ਆ ਕਿ ਜਿੰਨਾ ਚਿਰ ਟ੍ਰਾਂਸਪਲਾਂਟ ਨਹੀਂ ਹੁੰਦੇ ਕਿਡਨੀ। ਇਹਨਾਂ ਕੈਂਡੀਡੇਟ ਦੇ ਵਿੱਚ ਡਾਇਲਿਸਿਸ ਨਹੀਂ ਹੋ ਸਕਦਾ। ਇਹ ਡਾਇਲਿਸਿਸ ਜਿਹੜਾ ਆ ਉਹ ਬੈਸਟ ਆਪਸ਼ਨ ਹਰ ਇੱਕ ਦੇ ਲਈ ਨਹੀਂ ਹੈ। ਕਈ ਯੂਰਪੀਅਨ ਸਟੱਡੀਜ਼ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਹੈਗਾ ਆ ਕਿ ਜਿਹੜਾ ਪੇਸ਼ੈਂਟ 75 ਸਾਲ ਤੋਂ ਉੱਪਰ ਹੈਗਾ ਆ ਉਹਨਾਂ ਨੂੰ ਜਿਹੜੇ ਸਰਵਾਈਵਲ ਬੈਨੀਫਿਟ ਦੀ ਕੋਈ ਗਾਰੰਟੀ ਨਹੀਂ ਹੁੰਦੀ, ਤੇ ਕਿਉਂਕਿ ਉਹਨਾਂ ਦੇ ਹੋਰ ਕਈ ਮੈਡੀਕਲ ਪ੍ਰੋਬਲਮਸ ਲਾਈਕ ਡਿਮੈਂਸ਼ੀਆ ਤੇ ਇਸ਼ਕੀਮਿਕ ਹਾਰਟ ਡਿਜ਼ੀਜ਼ ਤੇ ਐਂਡ ਸਟੇਜ ਕਿਡਨੀ ਡਿਜ਼ੀਜ਼ ਦੇ ਵਿੱਚ ਨਾਲ ਹੁੰਦੀਆਂ, ਤੇ ਇਸ ਕਰਕੇ ਉਹਨਾਂ ਨੂੰ ਰਿਕਮੈਂਡ ਨਹੀਂ ਕਰਦੇ ਕਿ 75 ਸਾਲ ਤੋਂ ਜ਼ਿਆਦਾ ਉਮਰ ਵਾਲੇ ਨੂੰ ਡਾਇਲਿਸਿਸ ਕੀਤਾ ਜਾਵੇ। ਹਾਰਟ ਦੇ ਉੱਤੇ ਹਾਰਡ ਹੁੰਦਾ ਆ। ਹਾਂ, ਡਾਇਲਿਸਿਸ ਟ੍ਰੀਟਮੈਂਟ ਜਿਹੜੀ ਆ ਡੂ ਨਾਟ ਅਫੈਕਟ ਦਾ ਹਾਰਟ ਹੈਲਥ ਕਿਡਨੀ ਡਿਜ਼ੀਜ਼ ਪੇਸ਼ੈਂਟਸ ਦੇ ਵਿੱਚ ਤੇ ਜਿਨ੍ਹਾਂ ਨੂੰ ਹਾਰਟ ਅਟੈਕ ਹੋ ਗਿਆ ਹੈਗਾ ਆ। ਤੇ ਕਾਰਡੀਓਵੈਸਕੂਲਰ ਡਿਜ਼ੀਜ਼ ਜਿਹੜੀ ਆ ਮੋਸਟ ਕਾਮਨ ਕਾਜ਼ ਆਫ ਡੈਥ ਹੈਗੀ ਆ ਕਿਡਨੀ ਡਿਜ਼ੀਜ਼ ਦੇ ਵਿੱਚ, ਤੇ ਇਹ ਫਾਈਂਡਿੰਗ ਜਿਹੜੀ ਆ ਇਹ ਅੱਛੀ ਹੈਗੀ ਆ ਕਿ ਇਹਦਾ ਹਾਰਟ ਦੇ ਉੱਤੇ ਕੋਈ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪੈਂਦਾ। ਕੀ ਡਾਇਲਿਸਿਸ ਪੇਸ਼ੈਂਟ ਜ਼ਿਆਦਾ ਸੌਂਦੇ ਹਨ? ਹਾਂ, ਸਲੀਪ ਜਿਹੜੀ ਐਸੋਸੀਏਟਡ ਸਿੰਪਟਮਸ ਹੈਗੇ, ਐਕਸੈਸਿਵ ਡੇ ਟਾਈਮ ਸਲੀਪੀਨੈਸ ਹੈਗੀ ਆ, ਉਹ ਕਾਮਨ ਆ ਡਾਇਲਿਸਿਸ ਪੇਸ਼ੈਂਟਸ ਦੇ ਵਿੱਚ। ਬਹੁਤ ਸਾਰੇ ਸਰਵੇ ਜਿਹੜੇ ਕੰਡਕਟ ਕੀਤੇ ਗਏ ਪੇਸ਼ੈਂਟ ਪੋਪੂਲੇਸ਼ਨ ਦੇ ਵਿੱਚ, ਉਹਨਾਂ ਨੇ ਆਇਡੈਂਟੀਫਾਈ ਕੀਤਾ ਹੈ ਕਿ ਸਲੀਪ ਡਿਸਟਰਬੈਂਸ ਜਿਹੜੀਆਂ ਆ ਉਹ ਤਕਰੀਬਨ ਇਹਨਾਂ ਪੇਸ਼ੈਂਟਸ ਦੇ ਵਿੱਚ 80% ਤੋਂ ਜ਼ਿਆਦੀਆਂ ਹੁੰਦੀਆਂ ਹੈਗੀਆਂ। ਹਾਊ ਮਚ ਵਾਟਰ ਏ ਡਾਇਲਿਸਿਸ ਪੇਸ਼ੈਂਟ ਡਰਿੰਕ, ਕਿੰਨਾ ਪਾਣੀ ਪੀ ਸਕਦਾ ਹੈਗਾ ਆ। ਮੋਸਟ ਡਾਇਲਿਸਿਸ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਫਲੂਇਡ ਇਨਟੇਕ ਉਹਨਾਂ ਦੀ ਜਿਹੜੀ ਹੈਗੀ ਆ 32 ਆਉਂਸ ਹੈਗੀ ਆ। 32 ਆਉਂਸ ਦਾ ਮਤਲਬ ਹੈਗਾ ਕਿ 1 ਲੀਟਰ ਤਕਰੀਬਨ ਉਹ ਪਾਣੀ ਪੀ ਸਕਦੇ ਹੈਗੇ ਆ। ਇਸ ਨਾਲ ਉਹ ਆਪਣੀ ਥਰਸਟ ਜਿਹੜੀ ਪਿਆਸ ਆ ਉਹ ਬੁਝਾ ਸਕਦੇ ਹੈਗਾ ਆ। ਤੁਹਾਡਾ ਡਾਈਟੀਸ਼ੀਅਨ ਜਿਹੜਾ ਹੈਗਾ ਆ ਉਹ ਤੁਹਾਨੂੰ ਹੈਲਪ ਕਰ ਸਕਦਾ ਆ ਕਿ ਕਿੰਨਾ ਪਾਣੀ ਤੁਸੀਂ ਪੀਣਾ ਆ, ਜਾਂ ਫਿਰ ਸ਼ੂਗਰ ਫਰੀ ਜਿਹੜੀ ਹਾਰਡ ਕੈਂਡੀਜ਼ ਹੈਗੀਆਂ ਉਹ ਤੁਸੀਂ ਮੂੰਹ ਦੇ ਵਿੱਚ ਰੱਖਣੀਆਂ ਆ, ਆਈਸ ਚਿਪਸ ਰੱਖਣੀਆਂ ਆ, ਜਾਂ ਫਰੋਜ਼ਨ ਗ੍ਰੇਪਸ ਜਿਹੜੇ ਆ ਉਹ ਮੂੰਹ ਵਿੱਚ ਰੱਖਣੇ ਹੈਗੇ ਆ। ਇਹ ਤੁਹਾਨੂੰ ਜਿਹੜਾ ਜ਼ਿਆਦਾ ਪਾਣੀ ਪੀਣ ਦੇ ਵੇ ਲਈ ਜਿਹੜਾ ਹੈਗਾ ਆ ਉਹ ਮਤਲਬ ਕੰਪਨਸੇਟ ਕਰ ਦਿੰਦੀਆਂ ਹੈਗੀਆਂ। ਫਸਟ ਡਾਇਲਿਸਿਸ ਟ੍ਰੀਟਮੈਂਟ ਦੇ ਉੱਤੇ ਮੈਂ ਕੀ ਐਕਸਪੈਕਟ ਕਰ ਸਕਦਾ ਹੈਗਾ ਆ? ਡਿਊਰਿੰਗ ਜਿਹੜੇ ਫਸਟ ਸੈਸ਼ਨ ਦੇ ਵਿੱਚ ਹੈਗਾ ਆ ਕੁਛ ਇੱਕ ਨੌਸ਼ੀਆ ਹੋਏਗਾ, ਕਰੈਂਪਿੰਗ ਹੋਏਗੀ, ਡਿਜ਼ੀਨੈਸ, ਚੱਕਰ ਵਗੈਰਾ ਆ ਜਾਣਗੇ ਜਾਂ ਹੈਡੇਕ ਹੋ ਜਾਏਗਾ। ਇਹ ਥੋੜੇ ਸੈਸ਼ਨਸ ਤੋਂ ਬਾਅਦ ਫਿਰ ਇਹ ਚਲਾ ਜਾਂਦਾ ਆ ਤੇ ਤੁਸੀਂ ਫਿਰ ਠੀਕ ਮਹਿਸੂਸ ਕਰ ਸਕਦੇ ਹੈਗੇ ਆ। ਤੇ ਤੁਹਾਡੀ ਜਿਹੜੀ ਟ੍ਰੀਟਮੈਂਟ ਹੈਗੀ ਅਕੋਰਡਿੰਗਲੀ ਤੁਹਾਡੇ ਜਿਹੜੇ ਮੈਡੀਕਲ ਪ੍ਰੋਵਾਈਡਰਸ ਹੈਗੇ ਆ ਉਹ ਅਕੋਰਡਿੰਗਲੀ ਐਡਜਸਟ ਕਰ ਦਿੰਦੇ ਹੈਗੇ ਆ। ਇਹ ਕੁਛ ਇੱਕ ਗੱਲਾਂ ਸੀ ਜਿਹੜੀਆਂ ਕਿ ਕਾਮਨ ਆਦਮੀ ਦੇ ਲਈ, ਜਿਹਨੇ ਡਾਇਲਿਸਿਸ ਬਾਰੇ ਕੁਛ ਨਹੀਂ ਜਾਣਦਾ, ਉਹਨੂੰ ਇਹ ਮਤਲਬ ਪ੍ਰੀਲਿਮਿਨਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਡਾਇਲਿਸਿਸ ਦੇ ਬਾਰੇ ਦਿੱਤੀ ਗਈ ਹੈਗੀ ਆ। ਮੇਰਾ ਖਿਆਲ ਹੈ ਕਿ ਤੁਸੀਂ ਇਸ ਇਨਫੋਰਮੇਸ਼ਨ ਤੋਂ ਕੁਛ ਨਾ ਕੁਛ ਜ਼ਰੂਰ ਫਾਇਦਾ ਲਿਆ ਹੋਏਗਾ, ਔਰ ਡਾਇਲਿਸਿਸ ਬਾਰੇ ਤੁਹਾਡੀਆਂ ਜਿਹੜੀਆਂ ਭ੍ਰਾਂਤੀਆਂ ਹੈਗੀਆਂ, ਕੁਛ ਇੱਕ ਭ੍ਰਾਂਤੀਆਂ ਜਿਹੜੀਆਂ ਆ ਉਹ ਤੁਹਾਡੀਆਂ ਜ਼ਰੂਰ ਠੀਕ ਹੋਈਆਂ ਹੋਣਗੀਆਂ। ਤੇ ਇੱਥੇ ਆਪਾਂ ਬਸ ਕਰਦੇ ਹਾਂ। ਥੈਂਕ ਯੂ ਵੈਰੀ ਮਚ। जी डॉक्टर साहब, थैंक यू।
ਬਹੁਤ ਹੀ ਚੰਗੇ ਤਰੀਕੇ ਨਾਲ ਵੈਸੇ ਤਾਂ ਤੁਸੀਂ ਡਾਇਲਿਸਿਸ ਦਾ ਦੱਸਿਆ। ਡਾਕਟਰ ਸਾਹਿਬ ਇੱਕ ਕੁਐਸਚਨ ਆ ਮੇਰਾ ਕਿ ਜਿਹੜੀ ਇਹ ਡਾਇਲਿਸਿਸ ਆ, ਜਿਵੇਂ ਕਿ ਇੱਕ ਪੇਸ਼ੈਂਟ ਸੀਗਾ ਕਾਫੀ ਟਾਈਮ ਪਹਿਲਾਂ, ਉਹਨਾਂ ਦੀ ਉਹ ਡਾਇਲਿਸਿਸ ਕਰਾਉਂਦੇ ਸੀ, ਉਹਨਾਂ ਦੀ ਬਾਹਾਂ ਤੇ ਨਾ ਕਾਫੀ ਜਿੱਦਾਂ ਉਹ ਨਾੜੀਆਂ ਦੀ ਉਹਨਾਂ ਨੂੰ ਸੀਗੀ ਪ੍ਰੋਬਲਮ, ਜਿੱਦਾਂ ਸੋਜਿਸ਼ ਸੀਗੀ ਬਾਹਾਂ ਤੇ, ਜਿੱਦਾਂ ਅਲੱਗ ਤੋਂ ਹੀ ਕੁਝ ਰੱਖਿਆ ਹੁੰਦਾ ਮਾਸ ਵਗੈਰਾ ਉੱਪਰ, ਤੇ ਉਹ ਡਾਇਲਿਸਿਸ ਦੇ ਨਾਲ ਉਹਨਾਂ ਨੂੰ ਇੰਨੀ ਪ੍ਰੋਬਲਮ ਆ ਗਈ ਸੀ ਕਿ ਇਹ ਚੀਜ਼ਾਂ ਮਤਲਬ ਜਿਹੜੀ ਆਪਾਂ ਡਾਈਟ ਰეკਮੈਂਡ ਕਰਦੇ ਆ ਜਿੱਦਾਂ ਮਿਲਟਸ ਦੀ ਜਾਂ ਆਇਲਸ ਉਹਨਾਂ ਨੂੰ ਦੱਸਦੇ ਆ, ਤੇ ਇਹ ਕਿਉਰ ਕਰ ਸਕਦੇ ਆ ਇਹਨਾਂ ਚੀਜ਼ਾਂ ਤੋਂ ਕਿ ਡਾਇਲਿਸਿਸ ਆਲਵੇਸ ਕਰਾਣੀ ਹੀ ਪੈਂਦੀ ਆ? ਜੇ ਡਾਇਲਿਸਿਸ ਜੇ ਇਸ ਕਾਰਨ ਕਰਕੇ ਹੁੰਦੀ ਆ ਉਹ ਤਾਂ ਕਿਉਰ ਨਹੀਂ ਹੁੰਦੀ, ਕਿਉਂਕਿ ਕਿਡਨੀ ਜਿਹੜੀ ਹੈਗੀ ਆ ਇੱਕ ਵਾਰੀ ਜਦੋਂ ਅਕਿਊਟ ਕਿਡਨੀ ਜਿਹੜੀ ਆ ਉਹ ਠੀਕ ਹੋ ਜਾਂਦੀ ਆ। ਅਕਿਊਟ ਦਾ ਮਤਲਬ ਇਹ ਆ ਕਿ ਕੋਈ ਐਸੀ ਜ਼ਹਿਰ ਲੈ ਲਈ ਆ ਕਿ ਉਹਦੇ ਨਾਲ ਇੱਕਦਮ ਹੀ ਕਿਡਨੀ ਬੰਦ ਹੋ ਗਈ ਆ, ਅਕਿਊਟ ਪ੍ਰੋਬਲਮ ਹੋ ਗਈ ਆ। ਉਹ ਤਾਂ ਦਵਾਈਆਂ ਦੇ ਨਾਲ ਹੌਲੀ ਹੌਲੀ ਠੀਕ ਹੋ ਸਕਦੀ ਹੈਗੀ ਆ, ਤੇ ਉਹਨਾਂ ਚਿਰ ਡਾਇਲਿਸਿਸ ਦਾ ਰੋਲ ਹੈਗਾ ਆ। ਜਿਹੜੀ ਕਰੋਨਿਕ ਕਿਡਨੀ ਡਿਜ਼ੀਜ਼ ਆ, ਜਿੱਦਾਂ ਕਿ ਸ਼ੂਗਰ ਵਾਲੇ ਮਰੀਜ਼ਾਂ ਨੂੰ ਹੋ ਜਾਂਦੀ ਆ, ਜਾਂ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਆ ਉਹਨਾਂ ਨੂੰ ਲਗਾਤਾਰ ਪਤਾ ਨਹੀਂ ਕਿੰਨੀ ਦੇਰ ਤੋਂ ਬਲੱਡ ਪ੍ਰੈਸ਼ਰ ਹੈਗਾ ਆ, ਔਰ ਉਹਨਾਂ ਦੀ ਕਿਡਨੀ ਜਿਹੜੀ ਹੈਗੀ ਆ ਕਰੋਨਿਕਲੀ ਜਿਹੜੀ ਆ ਉਹ ਖਰਾਬ ਹੋ ਗਈ ਹੈਗੀ ਆ, ਉਹਨਾਂ ਕੇਸਿਸ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਕਿਡਨੀ ਨੂੰ ਠੀਕ ਨਹੀਂ ਕਰ ਸਕਦੀ, ਕਿਉਂਕਿ ਉਹਦਾ ਜਿਹੜਾ ਰੋਲ ਹੈਗਾ ਆ ਉਹ ਕਰੋਨਿਕ ਹੈਗਾ, ਉਹ ਬੜੀ ਦੇਰ ਤੱਕ ਜਿਹੜੀ ਕਿਡਨੀ ਦਾ ਫੰਕਸ਼ਨਿੰਗ ਹੈਗਾ ਆ ਉਹ ਡਿਟੀਰੀਓਰੇਟ ਪ੍ਰੋਗਰੈਸਿਵਲੀ ਹੋਈ ਗਿਆ ਆ। ਇਸ ਕਰਕੇ ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ। ਜਿਹੜੀ ਕੋਈ ਅਕਿਊਟ ਹੋਵੇ ਉਹਨੂੰ ਠੀਕ ਕੀਤਾ ਜਾ ਸਕਦਾ ਆ ਉਹਨਾਂ ਚਿਰ ਫਿਰ ਡਾਇਲਿਸਿਸ ਦੇ ਉੱਤੇ ਰੱਖਾ ਕੇ। ਜੀ ਡਾਕਟਰ ਸਾਹਿਬ ਥੈਂਕ ਯੂ। ਤੇ ਇਹਦੇ ਲਈ ਸਰ ਜਿਹੜੀ ਆਪਾਂ ਕੀ ਕਹਿੰਦੇ ਆ ਕਿ ਆਇਲਸ ਵਗੈਰਾ ਕਿਹੜੇ ਕਿਹੜੇ ਲੈ ਸਕਦੇ ਆ ਇਸ ਪ੍ਰੋਬਲਮ ਦੇ ਵਿੱਚ ਜਦੋਂ ਡਾਇਲਿਸਿਸ ਹੋ ਰਹੀ ਹੈ? ਆਇਲਸ ਦਾ ਤਾਂ ਕੋਈ ਮਤਲਬ ਰਿਫਾਈਨਡ ਆਇਲਸ ਨਹੀਂ ਲੈਣੇ, ਬਾਕੀ ਜਿਹੜੇ ਹੈਗੇ ਆ ਅਨਰਿਫਾਈਨਡ ਤੁਸੀਂ ਲੈ ਸਕਦੇ ਹੋ, ਜਿੱਦਾਂ ਅਦਰਵਾਈਜ਼ ਹੈਗਾ ਉਹਦੇ ਵਿੱਚ, ਉਹਦੇ ਲਈ ਇਹਦਾ ਕੋਈ ਰੋਲ ਨਹੀਂ ਹੈ। ਤੇ ਸਰ ਦੇਸੀ ਘਿਓ ਵਗੈਰਾ ਦੀ ਜਿਵੇਂ ਲੋਕਾਂ ਨੂੰ ਹੁੰਦੀ ਆ ਵੀ ਲੈ ਸਕਦੇ ਆ? ਦੇਸੀ ਘੀ ਲੈ ਸਕਦੇ ਆ, ਬਹੁਤ ਵਧੀਆ ਦੇਸੀ ਘੀ ਔਰ ਕੋਕੋਨਟ ਆਇਲ ਔਰ ਦਿਸ 올ਿਵ ਆਇਲ ਔਰ ਇਹ ਸਾਰੇ ਚੀਜ਼ਾਂ, ਸੈਸਮੀ ਆਇਲ, ਇਹ ਲੈ ਸਕਦੇ ਆ। ਤੇ ਦਿੱਕਤ ਜਿਹੜੀ ਸਰ ਇਹਨਾਂ ਨੂੰ ਪਾਣੀ ਪੀਣ ਚ ਜਿੱਦਾਂ ਆਉਂਦੀ ਹੈਗੀ ਕਿ ਜ਼ਿਆਦਾ ਪਾਣੀ ਨਹੀਂ ਪੀਣਾ। ਹਾਂ, ਜਿੱਦਾਂ 1 ਲੀਟਰ ਮੈਂ ਤੁਹਾਨੂੰ ਦੱਸਿਆ ਕਿ 1 ਲੀਟਰ ਤੱਕ 32 ਔਂਸ ਜਿਹੜੇ ਹੈਗੇ ਆ ਪਾਣੀ ਦੇ ਉਹ ਲੈ ਸਕਦੇ ਆ ਡੇਲੀ। ਜ਼ਿਆਦਾ ਪਾਣੀ ਨਹੀਂ ਪੀਣਾ। ਉਹਦੇ ਮਤਲਬ ਜਗ੍ਹਾ ਦੇ ਉੱਤੇ ਜਿੱਦਾਂ ਆਈਸ ਕਿਊਬ ਹੈਗੇ ਆ, ਜਿੱਦਾਂ ਉਹਨਾਂ ਨੂੰ ਪਿਆਸ ਲੱਗਦੀ ਆ ਆਈਸ ਕਿਊਬ ਚੂਸ ਲੈਣਗੇ, ਜਾਂ ਕੈਂਡੀਜ਼ ਜਿਹੜੀਆਂ ਸ਼ੂਗਰ ਫ੍ਰੀ ਕੈਂਡੀਜ਼ ਹੈਗੀਆਂ ਉਹ ਲੈ ਸਕਦੇ ਹੈਗੇ ਆ, ਜਾਂ ਫਰੋਜ਼ਨ ਜਿਹੜੀ ਸੌਗੀ ਵਗੈਰਾ ਹੈਗੀ ਆ, ਜਾਂ ਫਰੋਜ਼ਨ ਫਰੂਟ ਹੈਗੇ ਆ ਉਹ ਲੈ ਸਕਦੇ ਹੈਗੇ ਆ। ਇਸ ਤਰ੍ਹਾਂ ਦੇ ਨਾਲ ਉਹ ਆਪਣੀ ਜਿਹੜੀ ਥਰਸਟ ਹੈਗੀ ਆ ਉਹਨੂੰ ਮਿਟਾ ਸਕਦੇ ਆ, ਕਿਉਂਕਿ ਜ਼ਿਆਦਾ ਜਿਹੜਾ ਕਿਡਨੀ ਦੇ ਕੰਮ ਤਾਂ ਕਰਨਾ ਨਹੀਂ ਹੈ। ਹਾਂ, ਜਦੋਂ ਡਾਇਲਿਸਿਸ ਵਾਲੇ ਦਿਨ ਬੇਸ਼ੱਕ ਥੋੜਾ ਬਹੁਤ ਪਾਣੀ ਲੈ ਸਕਦੇ ਆ ਉਹਦੇ ਨਾਲ, ਫਿਰ ਕਿਉਂਕਿ ਜਿਹੜਾ ਜ਼ਿਆਦਾ ਪਾਣੀ ਆ ਉਹ ਫਿਰ ਡਾਇਲਿਸਿਸ ਦੇ ਨਾਲ ਉਹ ਨਿਕਲ ਜਾਣਾ ਹੈਗਾ। ਜੀ ਸਰ, ਔਰ ਇਹਦੇ ਵਿੱਚ ਜਿਵੇਂ ਸਰ ਹੁਣ ਰੀਸੈਂਟਲੀ ਪ੍ਰੋਬਲਮ ਆ ਰਹੀ ਆ ਠੰਡ ਦੇ ਵਿੱਚ, ਲੋਕਾਂ ਨੂੰ ਰੇਸ਼ਾ ਦੀ ਪ੍ਰੋਬਲਮ ਆ ਰਹੀ ਆ, ਜਿਹੜੇ ਤਾਂ ਡਾਇਲਿਸਿਸ ਕਰਾ ਰਹੇ ਆ ਤੇ ਉਹ ਜਿੱਦਾਂ ਉਹਨਾਂ ਨੂੰ ਜ਼ੁਕਾਮ ਰੇਸ਼ਾ ਆ, ਜੇ ਗਰਾਰੇ ਵਗੈਰਾ ਕਰਦੇ ਆ ਤੇ ਉਹਨਾਂ ਨੂੰ ਡਰ ਆ ਕਿ ਜ਼ਿਆਦਾ ਪਾਣੀ ਆਪਾਂ ਲੈ ਨਹੀਂ ਸਕਦੇ, ਤਾਂ ਗਰਾਰੇ ਕਰਦੇ ਹੋਏ ਜੇ ਪੀ ਲਈਏ ਤਾਂ ਫਿਰ ਉਹਦੇ ਨਾਲ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਵੇ। ਗਰਾਰੇ ਜਿਹੜੇ ਹੈਗੇ ਆ ਉਹ ਤਾਂ ਸਿਰਫ ਗਲੇ ਦੇ ਵਿੱਚ ਹੈਗੇ ਆ, ਔਰ ਅਸੀਂ ਬਾਅਦ ਦੇ ਵਿੱਚ ਉਹਨੂੰ ਸੁੱਟ ਦਿੰਦੇ ਹੈਗੇ ਆ। ਗਰਾਰੇ ਵਾਲੇ ਪਾਣੀ ਅਸੀਂ ਅੰਦਰ ਤਾਂ ਨਗਾਉਂਦੇ ਨਹੀਂ ਹੈ ਜੀ। ਗਰਾਰੇ ਵਿੱਚ ਜਿਹੜੇ ਕਰਦੇ ਹੈਗੇ ਆ ਉਹ ਤਾਂ ਸਿਰਫ ਗਲੇ ਲਈ ਕਰਦੇ ਹੈਗੇ ਆ, ਨਾ ਕਿ ਅਸੀਂ ਉਹ ਅੰਦਰ ਲਿਜਾਨੇ ਆ। ਅੰਦਰ ਤਾਂ ਲਿਜਾ ਨਹੀਂ ਸਕਦੇ। ਬਿਲਕੁਲ ਸਰ, ਠੀਕ ਹੈ। ਤੇ ਬਾਕੀ ਸਰ ਇਹੀ ਹੈਗਾ ਕਿ ਜਿੰਨੇ ਵੀ ਤੁਸੀਂ ਦੱਸੀ ਹੈਗੀ ਇਨਫੋਰਮੇਸ਼ਨ ਅਕੋਰਡਿੰਗਲੀ ਡਾਇਲਿਸਿਸ ਦੇ ਰਿਗਾਰਡਿੰਗ, ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਕਿੱਦਾਂ ਇਹਦੇ ਸਿੰਪਟਮਸ ਹੈਗੇ ਆ, ਤੇ ਜ਼ਿਆਦਾ ਤੋਂ ਜ਼ਿਆਦਾ ਪਤਾ ਲੱਗਣ ਤੇ ਇਦਾਂ ਦੇ ਸਿੰਪਟਮ ਸਾਨੂੰ ਜਿਹੜੇ ਕਲੀਨਿਕਲੀ ਚੈੱਕ ਕਰਵਾ ਦੇਣੇ ਚਾਹੀਦੇ ਆ। ਤੇ ਬਾਕੀ ਇਹ ਹੈਗਾ ਕਿ ਥੈਂਕ ਯੂ ਵੈਰੀ ਮਚ ਸਰ ਫॉर ਦਿਸ ਇਨਫੋਰਮੇਸ਼ਨ। ਥੈਂਕ ਯੂ। ਤੇ ਆਪਾਂ ਅੱਜ ਦਾ ਟੌਪਿਕ ਇੱਥੇ ਕਲੋਜ਼ ਕਰਦੇ ਹਾਂ। ਹੋਪ ਜਿਨ੍ਹਾਂ ਨੇ ਵੀ ਇਹ ਸੁਣਿਆ ਹੈਗਾ ਜਾਂ ਫਿਰ ਕੋਈ ਦਿੱਕਤ ਆਉਂਦੀ ਆ ਰਿਕਾਰਡਿੰਗ ਨਹੀਂ ਤੁਹਾਨੂੰ ਪ੍ਰੋਪਰ ਮਤਲਬ ਕੁਐਸਚਨ ਮਿਸ ਹੋ ਜਾਂਦੇ ਆ ਪੁਆਇੰਟਸ, ਦਾ ਰਿਕਾਰਡਿੰਗ ਸੁਣਿਆ ਕਰੋ। ਮੈਂ ਬਾਰ-ਬਾਰ ਦੱਸਦੀ ਹਾਂ, ਡਾਕਟਰ ਸਾਹਿਬ ਦਾ ਆਪਣਾ ਚੈਨਲ ਵੀ ਹੈਗਾ ਡਾਕਟਰ ਜਗਤਜੀਤ ਵਿਰਕ ਦੇ ਨਾਮ ਤੋਂ, ਤੇ ਦਾ ਹਰਬਲ ਅਰਥ ਤੇ ਵੀ ਪ੍ਰੋਪਰ ਰਿਕਾਰਡਿੰਗਸ ਹੁੰਦੀਆਂ ਆ, ਤੇ ਬਾਕੀ ਤੁਸੀਂ ਕੰਸਲਟ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ।
ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ, ਥੈਂਕਸ। ਥੈਂਕ ਯੂ ਟੂ एवरीवन। ਆਪਾਂ ਹਰ ਹਫਤੇ ਸੇਮ ਇਦਾਂ ਹੀ ਵਧੀਆ ਤੋਂ ਵਧੀਆ ਟੌਪਿਕ ਲੈ ਕੇ ਜਿਹਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਮਿਲ ਸਕੇ ਜੁੜਦੇ ਰਵਾਂਗੇ। ਥੈਂਕ ਯੂ ਟੂ ਆਲ ਆਫ ਯੂ। ਗੁੱਡ ਇਵਨਿੰਗ ਡਾਕਟਰ ਸਾਹਿਬ। ਗੁੱਡ ਇਵਨਿੰਗ। ਥੈਂਕ ਯੂ।